ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਦੀ ਗੱਲ ਹੈ, ਇੱਕ ਜੰਗਲ ਦੇ ਵਿੱਚ 3 ਸਾਧੂ ਰਹਿੰਦੇ ਸਨ। ਪਰਮਾਤਮਾ ਨੇ ਉਹਨਾਂ 3 ਸਾਧੂਆਂ ਨੂੰ ਵੱਖ-ਵੱਖ ਸ਼ਕਤੀਆਂ ਦੇ ਨਾਲ ਨਵਾਜਿਆ ਹੋਇਆ ਸੀ। ਇੱਕ ਸਾਧੂ ਕੋਲੇ ਤਾਕਤ ਸੀ, ਉਹਦੇ ਕੋਲੇ ਐਸਾ ਲੋਟਾ ਪਰਮਾਤਮਾ ਵੱਲੋਂ ਦਿੱਤਾ ਹੋਇਆ ਸੀ ਕਿ ਉਸ ਲੋਟੇ ਨੂੰ ਜਦੋਂ ਵੀ ਉਹ ਕਿਸੇ ਖਾਸ ਕਿਸਮ ਦੇ ਭੋਜਨ ਦੀ ਜਾਂ ਕਿਸੇ ਵੀ ਦੁਨਿਆਵੀ ਭੋਜਨ ਦੀ ਉਹਦੇ ਅੱਗੇ ਮੰਗ ਰੱਖਦੇ, ਉਹ ਢੇਰ ਸਾਰਾ ਭੋਜਨ ਉਸੇ ਕਿਸਮ ਦਾ ਉਹਨਾਂ ਸਾਹਮਣੇ ਪੇਸ਼ ਕਰਦਿਆ ਕਰਦਾ ਸੀ। ਦੂਸਰੇ ਸਾਧੂ ਦੇ ਕੋਲ ਇੱਕ ਜਾਦੂਈ ਚਾਦਰ ਸੀ। ਉਸ ਚਾਦਰ ਦੇ ਉੱਪਰ ਚੜ੍ਹ ਕੇ ਉਸ ਚਾਦਰ ਨੂੰ ਜਦੋਂ ਹੁਕਮ ਕਰਦੇ ਸੀ ਕਿ ਤੂੰ ਸਾਨੂੰ ਇੱਥੋਂ ਫਲਾਣੀ ਥਾਂ ਤੇ ਲੈ ਜਾ, ਉਹ ਚਾਦਰ ਉਹਨਾਂ ਨੂੰ ਲੈ ਜਾਇਆ ਕਰਦੀ ਸੀ। ਤੀਸਰੀ ਉਹਨਾਂ ਦੇ ਕੋਲ ਇੱਕ ਜਾਦੂਈ ਰੱਸੀ ਸੀ। ਪ੍ਰਮਾਤਮਾ ਦੀ ਕਿਰਪਾ ਨਾਲ ਉਸ ਰੱਸੀ ਨੂੰ ਜਦੋਂ ਉਹ ਬੇਨਤੀ ਕਰਦੇ ਸਨ ਕਿ ਫਲਾਣੇ ਨੂੰ ਬੰਨ੍ਹ ਲੈ, ਫਲਾਣੇ ਨੂੰ ਬੰਦੀ ਬਣਾ ਲੈ, ਤਾਂ ਉਹ ਰੱਸੀ ਝਟਪਟ ਉਸ ਨੂੰ ਬੰਦੀ ਬਣਾ ਲੈਂਦੀ ਸੀ। ਇਹਨਾਂ ਜਿਹੜੀਆਂ 3 ਚੀਜ਼ਾਂ ਸਨ, ਇਹਨਾਂ ਦੇ ਬਾਰੇ ਇੱਕ ਹੋਰ ਚੀਜ਼ ਸੀ। ਜਿਨ੍ਹਾਂ ਨੇ ਵੀ ਇਹਨਾਂ ਨੂੰ ਇਹ 3 ਚੀਜ਼ਾਂ ਦਿੱਤੀਆਂ ਸਨ, ਉਸਨੇ ਇਹ ਗੱਲ ਕਹੀ ਸੀ ਕਿ ਕਦੇ ਵੀ ਇਹਨਾਂ ਤੋਂ ਮਾੜਾ ਕੰਮ ਨਹੀਂ ਲੈਣਾ। ਹੁਣ ਉਹ 3 ਸਾਧੂ ਜੰਗਲ ਦੇ ਵਿੱਚ ਰਹਿੰਦੇ ਸਨ, ਪਰ ਹਉਮੈ ਹਰੇਕ ਬੰਦੇ ਦੇ ਵਿੱਚ ਆ ਜਾਂਦੀ ਹੈ, ਕਿਉਂਕਿ ਇਨਸਾਨ ਹੈ ਨਾ, ਭਗਵਾਨ ਤਾਂ ਨਹੀਂ। ਸੋ ਉਹਨਾਂ ਦੇ ਵਿੱਚ ਵੀ ਹਉਮੈ ਆ ਗਈ ਸੀ ਆਪਣੀ ਆਪਣੀ ਚੀਜ਼ ਨੂੰ ਲੈ ਕੇ। ਉਹ ਅਕਸਰ ਇੱਕ ਦੂਜੇ ਨੂੰ ਨੀਚਾ ਵਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ। ਇੱਕ ਦਿਨ ਆਪਣੀ ਕੁਟੀਆ ਤੋਂ ਥੋੜ੍ਹੀ ਦੂਰ ਸੰਘਣੇ ਜਿਹੜੇ ਰੁੱਖ ਸਨ, ਉਹਨਾਂ ਦੇ ਥੱਲੇ ਉਹ ਬੈਠੇ ਹੋਏ ਸਨ ਤੇ ਇੱਕ ਦੂਜੇ ਨਾਲ ਬਹਿਸ ਕਰ ਰਹੇ ਸਨ, ਤਿੱਖੀ ਤਕਰਾਰ ਕਰ ਰਹੇ ਸਨ। ਇੱਕ ਸਾਧੂ ਕਹਿੰਦਾ ਕਿ ਜੇਕਰ ਮੇਰਾ ਲੋਟਾ ਨਾ ਹੁੰਦਾ ਤਾਂ ਆਪਾਂ ਜੰਗਲ ਦੇ ਵਿੱਚ ਭੁੱਖੇ ਮਰ ਜਾਣਾ ਸੀ। ਦੂਜਾ ਕਹਿੰਦਾ ਕਿ ਨਹੀਂ, ਇਸ ਜੰਗਲ ਦੇ ਵਿੱਚ ਅਸੀਂ ਅਨਾਜ ਦਾ ਹੱਲ ਤਾਂ ਕਰ ਲੈਣਾ ਸੀ, ਸਾਡੀ ਭੁੱਖ ਲਈ ਕੁਛ ਨਾ ਕੁਛ ਲੱਭ ਜਾਇਆ ਕਰਨਾ ਸੀ, ਪਰ ਜਿਹੜਾ ਅਸੀਂ ਸਫ਼ਰ ਕਰਦੇ ਹਾਂ ਨਾ ਮੇਰੀ ਚਾਦਰ ਤੇ ਚੜ੍ਹ ਕੇ, ਜੇ ਮੇਰੀ ਚਾਦਰ ਨਾ ਹੁੰਦੀ ਤੇ ਆਪਾਂ ਤੁਰ ਮਰ ਜਾਣਾ ਸੀ। ਤੀਜਾ ਕਹਿੰਦਾ ਨਹੀਂ, ਦੋਵੇਂ ਗਲਤ। ਮੇਰੀ ਰੱਸੀ ਨਾਲ ਆਪਾਂ ਹਜ਼ਾਰਾਂ ਵਾਰ ਮਾੜੇ ਇਨਸਾਨ ਤੇ ਮਾੜੇ ਜਿਹੜੇ ਜਾਨਵਰ ਨੇ ਉਹਨਾਂ ਨੂੰ ਫੜ ਕੇ ਦੂਰ ਛੱਡਿਆ ਹੈ। ਜੇ ਰੱਸੀ ਨਾ ਹੁੰਦੀ ਤਾਂ ਹੁਣ ਤੱਕ ਕੋਈ ਨਾ ਕੋਈ ਜੰਗਲੀ ਜਾਨਵਰ ਸਾਨੂੰ ਆਪਣਾ ਭੋਜਨ ਬਣਾ ਚੁੱਕਿਆ ਹੁੰਦਾ। ਇਹ ਤਕਰਾਰ ਉਹਨਾਂ ਦੀ ਲਗਾਤਾਰ ਵੱਧਦੀ ਹੀ ਜਾ ਰਹੀ ਸੀ ਕਿ ਕੋਈ ਨੌਜਵਾਨ ਉੱਥੋਂ ਲੰਘਿਆ ਜਾ ਰਿਹਾ ਸੀ। ਇਹ ਨੌਜਵਾਨ ਇਸ ਤਰ੍ਹਾਂ ਜਾਪਦਾ ਸੀ ਕਿ ਰਾਜ ਘਰਾਣੇ ਦੇ ਨਾਲ ਸੰਬੰਧਿਤ ਹੋਵੇ। ਇਹ ਦਰਅਸਲ ਆਪਣੇ ਵਿਦਿਆਲੇ ਤੋਂ ਪੜ੍ਹ ਕੇ ਵਾਪਸ ਜਾ ਰਿਹਾ ਸੀ, ਛੁੱਟੀਆਂ ਬਿਤਾਉਣ ਦੇ ਲਈ ਘਰ ਜਾ ਰਿਹਾ ਸੀ। ਇਸ ਦੇ ਮਾਂ-ਪਿਓ ਨਹੀਂ ਸਨ, ਭਰਾ ਤੇ ਭਰਜਾਈ ਸੀ। ਇਹਦਾ ਦਿਲ ਨਹੀਂ ਸੀ ਕਰਦਾ ਹੁੰਦਾ ਕਿ ਮੈਂ ਆਪਣੇ ਘਰ ਚਲੇ ਜਾਵਾਂ, ਕਿਉਂਕਿ ਇਸ ਦੀ ਭਰਜਾਈ ਇਸ ਨਾਲ ਚੰਗਾ ਵਿਹਾਰ ਨਹੀਂ ਸੀ ਕਰਦੀ, ਇਸ ਨੂੰ ਰੋਟੀ ਪਾਣੀ ਸਮੇਂ ਸਿਰ ਨਹੀਂ ਸੀ ਦਿੰਦੀ। ਉਹ ਜਦੋਂ ਲੰਘਿਆ ਜਾ ਰਿਹਾ ਸੀ ਉਸ ਜੰਗਲੀ ਰਸਤੇ ਤੋਂ, ਤਾਂ ਉਸਨੇ ਸੁਣਿਆ ਕਿ ਕੁਝ ਲੋਕ ਬਹਿਸ ਕਰ ਰਹੇ ਨੇ। ਉਹ ਉਹਨਾਂ ਦੇ ਕਰੀਬ ਚਲਿਆ ਗਿਆ, ਉਹਨਾਂ ਦੇ ਨੇੜੇ ਹੋ ਗਿਆ। ਜਾ ਕੇ ਦੇਖਦਾ ਹੈ ਕਿ ਇਹ ਤਾਂ 3 ਸਾਧੂ ਮਹਾਰਾਜ ਨੇ। ਉਹਨਾਂ ਤੋਂ ਸਾਰੀ ਗੱਲਬਾਤ ਸੁਣਦਾ ਕਿ ਕਿਉਂ ਬਹਿਸ ਰਹੇ ਹੋ, ਕਿਉਂ ਲੜਾਈ ਕਰ ਰਹੇ ਹੋ। ਜਦੋਂ ਉਹ ਆਪਣੀਆਂ ਆਪਣੀਆਂ ਚੀਜ਼ਾਂ ਦੀਆਂ ਸ਼ਕਤੀਆਂ ਤੋਂ ਉਸ ਨੌਜਵਾਨ ਨੂੰ ਜਾਣੂ ਕਰਾਉਂਦੇ ਨੇ, ਤਾਂ ਉਸ ਦੇ ਮਨ ਵਿੱਚ ਵੀ ਲਾਲਚ ਪੈਦਾ ਹੋ ਜਾਂਦਾ। ਉਹ ਸੋਚਦਾ ਹੈ ਕਿ ਹੋਵੇ ਨਾ ਹੋਵੇ ਇਹ 3 ਚੀਜ਼ਾਂ ਮੇਰੇ ਕੋਲ ਹੋਣੀਆਂ ਚਾਹੀਦੀਆਂ ਨੇ। ਮੈਨੂੰ ਮੇਰੇ ਘਰ ਵਾਲੇ ਚੰਗੀ ਤਰ੍ਹਾਂ ਭੋਜਨ ਵੀ ਨਹੀਂ ਦਿੰਦੇ ਤੇ ਮੈਨੂੰ ਸਫ਼ਰ ਵੀ ਬਹੁਤ ਕੱਟਣਾ ਪੈਂਦਾ, ਤੇ ਜੇਕਰ ਇਹ ਰੱਸੀ ਮੇਰੇ ਕੋਲੇ ਆ ਜਾਵੇ ਤਾਂ ਫਿਰ ਤਾਂ ਮੈਂ ਕਿਸੇ ਰਾਜ ਭਾਗ ਦੇ ਉੱਪਰ ਹੀ ਕਬਜ਼ਾ ਕਰ ਲਵਾਂ। ਉਹ ਸਾਧੂਆਂ ਨੂੰ ਕਹਿੰਦਾ ਕਿ ਮੈਂ ਤੁਹਾਡਾ ਫੈਸਲਾ ਕਰਵਾ ਸਕਦਾ ਹਾਂ। ਉਹਨਾਂ ਤੋਂ ਇੱਕ ਇੱਕ ਕਰਕੇ 3 ਚੀਜ਼ਾਂ ਫੜ ਲੈਂਦਾ। ਇੱਕ ਕੰਕਰ ਉਸ ਦੇ ਵਿੱਚ ਪਾਉਂਦਾ ਹੈ, ਉਹਨਾਂ 3 ਚੀਜ਼ਾਂ ਨੂੰ ਜੋੜ ਕੇ ਤੇ ਘੁਮਾ ਕੇ ਕਾਫੀ ਦੂਰ ਨੂੰ ਸੁੱਟ ਦਿੰਦਾ ਹੈ। ਉਹ ਕਹਿੰਦਾ ਤੁਹਾਡੇ 3 ਵਿੱਚੋਂ ਜਿਹੜਾ ਵੀ ਸਾਧੂ ਮਹਾਰਾਜ ਇਸ ਕੰਕਰ ਨੂੰ ਲੱਭ ਕੇ ਮੇਰੇ ਕੋਲੇ ਸਭ ਤੋਂ ਪਹਿਲਾਂ ਲੈ ਆਇਆ, ਤਾਂ ਮੈਂ ਮੰਨ ਲਵਾਂਗਾ ਕਿ ਸਭ ਤੋਂ ਸ਼ਕਤੀਸ਼ਾਲੀ ਚੀਜ਼ ਉਸੇ ਦੀ ਹੈ, ਤੇ ਬਾਕੀ ਦੋਵਾਂ ਨੂੰ ਵੀ ਮੰਨਣਾ ਪਵੇਗਾ ਕਿ ਉਹਨਾਂ ਦਾ ਗੁਜ਼ਾਰਾ ਵੀ ਉਸ ਸ਼ਕਤੀਸ਼ਾਲੀ ਚੀਜ਼ ਕਰਕੇ ਹੋ ਰਿਹਾ। ਉਹ ਭੱਜ ਕੇ ਉਸ ਪਾਸੇ ਨੂੰ ਜਾਂਦੇ ਨੇ, ਲੱਭਣ ਲੱਗ ਪੈਂਦੇ ਨੇ ਕਿ ਕਿੱਥੇ ਗਿਆ ਉਹ ਕੰਕਰ। ਹੁਣ ਕੰਕਰ ਦੀ ਹੈਸੀਅਤ ਕੀ ਹੁੰਦੀ, ਉਹ ਤਾਂ ਛੋਟਾ ਜਿਹਾ ਹੁੰਦਾ। ਉਹ ਚੰਗੇ ਭਲੇ ਇਨਸਾਨ ਸਾਧੂ ਅਕਲਮੰਦ ਸੀ, ਜਿਨ੍ਹਾਂ ਨੂੰ ਉਹ ਬੇਅਕਲ ਬਣਾ ਕੇ ਉੱਥੋਂ ਚਲਿਆ ਗਿਆ। ਚੀਜ਼ਾਂ ਲੈ ਕੇ ਆਪਣੇ ਘਰ ਵੱਲ ਚਲਿਆ ਗਿਆ, ਆਪਣੇ ਨਗਰ। ਹੁਣ ਉਹ ਬਹੁਤ ਸ਼ਾਂਤੀ ਨਾਲ ਰਹਿ ਰਿਹਾ ਸੀ, ਕਿਉਂਕਿ ਨਾ ਉਹ ਕਿਸੇ ਤੋਂ ਕੁਝ ਮੰਗਦਾ ਸੀ ਤੇ ਨਾ ਹੀ ਉਸ ਦੇ ਨਾਲ ਕੋਈ ਗੁੱਸਾ ਹੁੰਦਾ ਸੀ। ਨਗਰ ਵਿੱਚ ਰਹਿੰਦਿਆਂ ਉਸ ਨੂੰ ਪਤਾ ਲੱਗਿਆ ਕਿ ਗੁਆਂਢੀ ਰਾਜ ਦੀ ਰਾਜਕੁਮਾਰੀ ਹੈ, ਜਿਸ ਦੇ ਦਿਮਾਗ ਨੂੰ ਕੁਝ ਐਸਾ ਹੋ ਗਿਆ ਹੈ ਕਿ ਉਹ ਆਪਣੇ ਪਿਓ ਤੇ ਭਰਾਵਾਂ ਤੋਂ ਬਿਨਾਂ ਕਿਸੇ ਵੀ ਹੋਰ ਇਨਸਾਨ ਨੂੰ ਦੇਖਣਾ ਪਸੰਦ ਨਹੀਂ ਕਰਦੀ। ਜੋ ਵੀ ਇਨਸਾਨ ਉਸ ਦੇ ਕਕਸ਼ ਤੱਕ ਪਹੁੰਚਦਾ ਹੈ, ਉਸ ਨੂੰ ਉਹ ਮਰਵਾ ਦਿੰਦੀ ਹੈ। ਉਸ ਦੇ ਮਨ ਵਿੱਚ ਉਤਸੁਕਤਾ ਪੈਦਾ ਹੋਈ ਕਿ ਮੇਰੇ ਕੋਲ ਤਾਂ ਸਾਰਾ ਕੁਝ ਹੈ, ਮੈਂ ਦੇਖ ਕੇ ਤਾਂ ਆਵਾਂ ਕਿ ਉਹ ਕਿਹੜੀ ਰਾਜਕੁਮਾਰੀ ਹੈ, ਕੈਸੀ ਉਹਦੀ ਸ਼ਕਲ ਹੈ। ਮੈਨੂੰ ਤਾਂ ਉਹ ਫੜ ਵੀ ਨਹੀਂ ਸਕਦੇ, ਮੈਨੂੰ ਫੜਨਗੇ ਤਾਂ ਮੈਂ ਰੱਸੀ ਦਾ ਇਸਤੇਮਾਲ ਕਰ ਲਵਾਂਗਾ। ਮੈਂ ਆਪਣੇ ਉਸ ਜਾਦੂਈ ਚਾਦਰ ਤੇ ਉਸ ਜਾਦੂਈ ਕਾਲੀਨ ਤੇ ਚੜ੍ਹ ਕੇ ਉੱਥੇ ਜਾਣਾ ਹਾਂ। ਜਦੋਂ ਉਸਨੇ ਆਪਣੇ ਸ਼ੈਤਾਨੀ ਦਿਮਾਗ ਤੋਂ ਕੰਮ ਲਿਆ, ਤਾਂ ਉਹ ਉਸ ਮਹਾਰਾਣੀ ਦੇ ਜਾਂ ਕਹਿ ਲਓ ਜਾਂ ਰਾਜਕੁਮਾਰੀ ਦੇ ਕਹਿ ਲਓ ਕਕਸ਼ ਦੇ ਵਿੱਚ ਪਹੁੰਚ ਗਿਆ। ਕਕਸ਼ ਦੇ ਵਿੱਚ ਪਹੁੰਚ ਕੇ ਉਸ ਰਾਜਕੁਮਾਰੀ ਨੇ ਜਿਹੜਾ ਇੱਕ ਦੁਸ਼ਾਲਾ ਆਪਣੇ ਉੱਪਰ ਓੜਿਆ ਹੋਇਆ ਸੀ, ਜਿਹੜਾ ਆਪਣੇ ਉੱਪਰ ਚਾਦਰ ਲੈ ਕੇ ਉਹ ਸੁੱਤੀ ਹੋਈ ਸੀ,
ਉਸਨੇ ਉਸਦੀ ਚਾਦਰ ਲਾ ਕੇ ਲੈ ਜਾਂਦੀ ਤੇ ਕੋਈ ਫਟੀ ਪੁਰਾਣੀ ਚਾਦਰ ਉਸ ਨੂੰ ਦੇ ਆਇਆ। ਆਪ ਵਾਪਸ ਆਪਣੇ ਘਰ ਆ ਗਿਆ। ਅਗਲੇ ਦਿਨ ਮਹਿਲ ਦੇ ਵਿੱਚ ਬਹੁਤ ਜ਼ਿਆਦਾ ਹਾਹਾਕਾਰ ਮਚ ਗਈ ਕਿ ਕੋਈ ਮਹਾਰਾਣੀ ਦੇ ਕਕਸ਼ ਦੇ ਵਿੱਚ ਚੋਰੀ ਵੜਿਆ ਹੈ ਵੀ ਇਨਸਾਨ ਬੰਦਾ ਹੈ, ਕਿਉਂਕਿ ਕੋਈ ਜਾਨਵਰ ਇਹ ਕੰਮ ਨਹੀਂ ਕਰ ਸਕਦਾ, ਤੇ ਉਸਦਾ ਦੁਸ਼ਾਲਾ ਵਟਾ ਕੇ ਲੈ ਗਿਆ। ਹੁਣ ਰਾਜੇ ਦੇ ਕੋਲ ਜ਼ਹੀਨ ਮੰਤਰੀ ਸੰਤਰੀ ਸਨ। ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਜੋ ਬੰਦਾ ਇਹ ਕੰਮ ਕਰਕੇ ਗਿਆ ਉਹ ਦੁਬਾਰਾ ਵੀ ਕਰੇਗਾ, ਤੇ ਜਿਸ ਤਰੀਕੇ ਨਾਲ ਪਹਿਲਿਆਂ ਨੂੰ ਸਜ਼ਾ ਮਿਲੀ ਹੈ ਇਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦਾ ਸਿਰ ਕਲਮ ਕਰਵਾ ਦਿਆਂਗੇ। ਇਸ ਤਰ੍ਹਾਂ ਕਰੋ ਕਿ ਉਸ ਬਾਰੀ ਦੇ ਵਿੱਚ ਜਿੱਥੋਂ ਉਹ ਆਵੇਗਾ ਉਹਦੇ ਬਾਹਰ ਇੱਕ ਕਾਲੇ ਰੰਗ ਦਾ ਪਦਾਰਥ ਫੈਲਾ ਦਿਓ ਜਿਹੜਾ ਧੋਤਿਆਂ ਨਾ ਉਤਰੇ। ਇਸੇ ਤਰੀਕੇ ਨਾਲ ਹੋਇਆ। ਉਸਨੇ ਉਹ ਕਾਲੇ ਰੰਗ ਦੇ ਪਦਾਰਥ ਦਾ ਇੱਕ ਟੱਪ ਭਰਵਾ ਕੇ ਬਾਰੀ ਦੇ ਅੰਦਰ ਵਾਲੇ ਪਾਸੇ ਰੱਖ ਦਿੱਤਾ। ਅਗਲੀ ਰਾਤ ਉਹ ਸ਼ੈਤਾਨ ਨੌਜਵਾਨ ਇੱਕ ਵਾਰੀ ਫਿਰ ਆਇਆ, ਜਿਹੜਾ ਸਾਧੂ ਬਾਬਿਆਂ ਦੀਆਂ ਸ਼ਕਤੀਆਂ ਲੈ ਕੇ ਉੱਥੇ ਪਹੁੰਚਿਆ ਹੋਇਆ ਸੀ। ਬਾਰੀ ਲੰਘਦਿਆਂ ਹੀ ਉਸ ਟੱਪ ਦੇ ਵਿੱਚ ਡਿੱਗ ਪਿਆ ਤੇ ਇੱਕਦਮ ਭਗਦੜ ਮਚ ਗਈ। ਇੱਕਦਮ ਉਸਨੇ ਸੋਚਿਆ ਕਿ ਮੈਂ ਫੜਿਆ ਨਾ ਜਾਵਾਂ, ਵਾਪਸ ਚਲਿਆ ਗਿਆ। ਰਾਤ ਦੇ ਵਿੱਚ ਉਹ ਸੋਚਦਾ ਹੈ ਕਿ ਕਿਤੇ ਦਿਨ ਚੜ੍ਹਦੇ ਨੂੰ ਮੇਰੇ ਕੱਪੜਿਆਂ ਤੋਂ ਪਹਿਚਾਣ ਨਾ ਆ ਜਾਵੇ ਕਿ ਇਹ ਗੁਨਾਹ ਮੈਥੋਂ ਹੋਇਆ। ਇਸ ਲਈ ਉਹ ਰਾਤੋਂ ਰਾਤ ਧੋਬੀ ਦੇ ਘਰ ਪਹੁੰਚ ਗਿਆ। ਧੋਬੀ ਨੂੰ ਉਸਨੇ ਨੀਂਦ ਦੇ ਵਿੱਚੋਂ ਉਠਾਇਆ ਤੇ ਕੱਪੜੇ ਦੇ ਦਿੱਤੇ। ਕਿਹਾ ਕਿ ਦਿਨ ਚੜ੍ਹਦੇ ਨੂੰ ਇਹ ਕੱਪੜੇ ਧੋ ਦਵੀਂ, ਨਹੀਂ ਤਾਂ ਅੰਜਾਮ ਮਾੜਾ ਹੋਵੇਗਾ। ਦਿਨ ਚੜ੍ਹਦੇ ਤੱਕ ਪੂਰੇ ਵੱਡੇ ਪੱਧਰ ਤੇ ਰੌਲਾ ਰੱਪਾ ਪੈ ਰਿਹਾ। ਸਿਪਾਹੀ ਥਾਂ ਥਾਂ ਛਾਪੇਮਾਰੀ ਕਰ ਰਹੇ ਕਿ ਉਹ ਇਨਸਾਨ ਕੌਣ ਸੀ ਜਿਸ ਦੇ ਵੀ ਉਹ ਮਾੜੇ ਕੱਪੜੇ ਹੋਣ। ਉਸ ਨੂੰ ਫੜ ਕੇ ਰਾਜ ਵਿੱਚ ਲੈ ਜਾਣਾ ਹੈ, ਰਾਜ ਦਰਬਾਰ ਵਿੱਚ ਲੈ ਜਾਣਾ ਹੈ। ਦਰਜੀ ਨੇ ਜਲਦੀ ਦੇ ਵਿੱਚ ਸਵੇਰੇ ਉੱਠ ਕੇ ਜਦੋਂ ਦੇਖਿਆ ਕਿ ਆਸੇ-ਪਾਸੇ ਕੋਈ ਭਗਦੜ ਮੱਚੀ ਹੈ, ਉਸਨੇ ਉਹੀ ਗੰਦੇ ਕੱਪੜੇ ਪਾ ਲਏ। ਉਸ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਰਾਤ ਨੂੰ ਕੌਣ ਆਇਆ ਹੈ ਨੀਂਦ ਦੇ ਵਿੱਚ ਮੈਨੂੰ ਉਠਾ ਕੇ ਕੱਪੜੇ ਦੇ ਗਿਆ ਹੈ। ਉਹ ਕੱਪੜੇ ਪਹਿਨ ਕੇ ਉਹ ਰਾਜ ਦਰਬਾਰ ਵੱਲ ਤੁਰਿਆ ਜਾ ਰਿਹਾ ਤਾਂ ਸਿਪਾਹੀਆਂ ਨੇ ਉਸ ਨੂੰ ਪਕੜ ਲਿਆ, ਰਾਜੇ ਦੇ ਕੋਲ ਲੈ ਗਏ। ਰਾਜੇ ਨੇ ਉਸ ਨੂੰ ਪੁੱਛਿਆ ਕਿ ਇਹ ਗੁਨਾਹ ਕਿਉਂ ਕੀਤਾ ਹੈ, ਤਾਂ ਉਹ 100 ਕਿਸਮ ਦੇ ਬਹਾਨੇ ਦਿੰਦਾ ਹੈ। ਮੰਤਰੀ ਕਹਿੰਦੇ ਨੇ ਕਿ ਜਿਹੜਾ ਚੋਰ ਹੋਵੇ ਜਦੋਂ ਫੜਿਆ ਜਾਵੇ ਇਸੇ ਕਿਸਮ ਬਹਾਨੇ ਘੜਦਾ ਹੈ। ਇਸ ਨੂੰ ਦਰਬਾਰ ਤੋਂ ਥੋੜੀ ਦੂਰ ਜਿਹੜਾ ਬੋਹੜ ਦਾ ਦਰਖਤ ਹੈ ਉਹਦੇ ਉੱਪਰ ਫਾਂਸੀ ਲਾ ਦਿਓ, ਜਿੱਥੇ ਆਮ ਮੁਜਰਮਾਂ ਨੂੰ ਫਾਂਸੀ ਲਾਈ ਜਾਂਦੀ ਹੈ। ਬਹੁਤ ਵੱਡਾ ਇਕੱਠ ਹੋਇਆ। ਜਦੋਂ ਇਹ ਗੱਲ ਉਸ ਸ਼ੈਤਾਨ ਨੌਜਵਾਨ ਨੂੰ ਪਤਾ ਲੱਗੀ ਤਾਂ ਉਸਦੇ ਮਨ ਵਿੱਚ ਤਰਸ ਆ ਗਿਆ, ਦਇਆ ਭਾਵਨਾ ਆਈ ਕਿ ਇਹ ਗਲਤ ਹੋ ਰਿਹਾ, ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਉਸਨੇ ਜਾਦੂਈ ਤਾਕਤ ਲਈ, ਜਿਹੜੀ ਉਸਦੇ ਕੋਲ ਚਾਦਰ ਸੀ, ਉਹਦੀ ਤਾਕਤ ਦਾ ਸਹਾਰਾ ਲੈ ਕੇ ਉਸੇ ਦਰਖਤ ਤੇ ਜਾ ਕੇ ਉਸਨੇ ਉਸ ਨੂੰ ਉਤਾਰ ਦਿੱਤਾ ਜਿੱਥੇ ਉਸ ਧੋਬੀ ਨੂੰ ਫਾਂਸੀ ਦਿੱਤੀ ਜਾਣੀ ਸੀ। ਹੁਣ ਉਹ ਉਸ ਦਰਖਤ ਤੋਂ ਉਤਰ ਕੇ ਰਾਜ ਦਰਬਾਰ ਚਲਿਆ ਗਿਆ ਤੇ ਜਾ ਕੇ ਸਾਰਿਆਂ ਦੇ ਸਾਹਮਣੇ ਉਸਨੇ ਆਪਣੀ ਗਲਤੀ ਕਬੂਲ ਲਈ ਅਤੇ ਕਿਹਾ ਕਿ ਮੈਨੂੰ ਜੋ ਸਜ਼ਾ ਦਿਓਗੇ ਮਨਜ਼ੂਰ ਹੈ। ਰਾਜਾ ਹੋਰ ਵੀ ਜ਼ਿਆਦਾ ਗੁੱਸੇ ਦੇ ਨਾਲ ਭਰ ਗਿਆ ਅਤੇ ਕਿਹਾ ਕਿ ਇਸ ਨੂੰ ਤੁਰੰਤ ਉਸੇ ਦਰਖਤ ਦੇ ਨਾਲ ਲਟਕਾ ਕੇ ਫਾਂਸੀ ਦੇ ਦਿੱਤੀ ਜਾਵੇ। ਰਾਜੇ ਦੇ ਸਿਪਾਹੀਆਂ ਨੇ ਹੁਕਮ ਦੀ ਤਾਮੀਲ ਕੀਤੀ। ਉਸ ਨੂੰ ਫੜ ਕੇ ਦਰਖਤ ਦੇ ਕੋਲ ਲੈ ਗਏ। ਜਾ ਕੇ ਪੁੱਛਿਆ ਕਿ ਦੱਸ ਮਨੁੱਖਾ, ਤੂੰ ਕੀ ਚਾਹੁੰਦਾ ਹੈ, ਤੇਰੀ ਆਖਰੀ ਇੱਛਾ ਕੀ ਹੈ? ਉਹ ਕਹਿੰਦਾ ਕਿ ਮੈਂ ਇੱਕ ਵਾਰੀ ਰੱਬ ਨੂੰ ਧਿਆਉਣਾ ਚਾਹੁੰਦਾ, ਜੇਕਰ ਤੁਹਾਨੂੰ ਮਨਜ਼ੂਰ ਹੋਵੇ ਤੇ ਮੈਂ ਰੁੱਖ ਤੇ ਚੜ੍ਹ ਕੇ ਰੱਬ ਨੂੰ ਧਿਆ ਲਵਾਂ। ਉਹ ਕਹਿੰਦੇ ਠੀਕ ਹੈ, ਮਨਜ਼ੂਰ ਹੈ। ਇਸ ਤੋਂ ਬਾਅਦ ਤਾਂ ਤੇਰਾ ਸਿਰ ਕਲਮ ਹੋ ਜਾਣਾ, ਤੈਨੂੰ ਫਾਂਸੀ ਦੇ ਦਿੱਤੀ ਜਾਣੀ ਹੈ। ਰੁੱਖ ਤੇ ਚੜ੍ਹ ਕੇ ਉਸਨੇ ਆਪਣੀ ਚਾਦਰ ਸੰਭਾਲੀ ਅਤੇ ਉਸ ਨੂੰ ਹੁਕਮ ਕੀਤਾ ਕਿ ਮੈਨੂੰ ਇੱਥੋਂ ਲੈ ਜਾ, ਜੰਗਲ ਦੇ ਵਿੱਚ ਲੈ ਜਾ, ਜਿੱਥੇ ਸਾਧੂ ਬੈਠੇ ਨੇ ਉਸ ਸਥਾਨ ਤੇ ਲੈ ਜਾ। ਇੰਨੀ ਗੱਲ ਕਹਿਣ ਦੀ ਦੇਰ ਸੀ, ਉਹਨਾਂ ਦੇ ਵੇਂਦਿਆਂ ਹੀ ਵੇਂਦਿਆਂ ਅੱਖ ਝਪਕਦਿਆਂ ਉੱਥੋਂ ਗਾਇਬ ਹੋ ਗਿਆ। ਹੁਣ ਰਾਜੇ ਦੇ ਸਿਪਾਹੀ ਮਾਯੂਸ ਹੋ ਕੇ ਵਾਪਸ ਪਰਤ ਗਏ। ਉਧਰੋਂ ਇਹ ਇਨਸਾਨ ਜਿਹੜਾ ਸ਼ੈਤਾਨ ਨੌਜਵਾਨ ਸੀ, ਇਹ ਦੁਬਾਰਾ ਉਸ ਦਰਖਤ ਦੇ ਉੱਪਰ ਪਹੁੰਚ ਗਿਆ ਜਿਹਦੇ ਥੱਲੇ ਸਾਧੂ ਬੈਠੇ ਹੋਏ ਸਨ। ਸਾਧੂ ਹੁਣ ਬੈਠੇ ਹੋਏ ਇੱਕ ਦੂਜੇ ਦੇ ਨਾਲ ਗੁੱਸੇ ਗਿਲੇ ਛੱਡ ਕੇ ਇਹ ਕਹਿ ਰਹੇ ਸਨ, ਆਪਣੀ ਗਲਤੀ ਦੀ ਜਿਹੜੀ ਮੁਆਫੀ ਇੱਕ ਦੂਜੇ ਤੋਂ ਮੰਗ ਰਹੇ ਸਨ ਕਿ ਆਪਾਂ ਗਲਤ ਕੀਤਾ, ਮਿਲ ਵੰਡ ਕੇ ਜੇ ਚੱਲਦੇ ਸਭ ਕੁਝ ਠੀਕ ਹੋਣਾ ਸੀ। ਹੁਣ ਫਾਕੇ ਕੱਟਣੇ ਪੈ ਰਹੇ ਨੇ, ਖਾਣ ਲਈ ਕੁਛ ਨਹੀਂ, ਤੁਰ ਤੁਰ ਕੇ ਮਰ ਜਾਂਦੇ ਆ ਤੇ ਉੱਤੋਂ ਡਰ ਲੱਗਿਆ ਰਹਿੰਦਾ ਕਿ ਕੋਈ ਜੰਗਲੀ ਜੀਵ ਆ ਕੇ ਸਾਨੂੰ ਮਾਰ ਨਾ ਦੇਵੇ। ਇਹਨਾਂ ਦੇ ਵਿੱਚ ਇੱਕ ਕਹਿੰਦਾ ਕਿ ਮੇਰੇ ਕੋਲ ਇੱਕ ਤਾਕਤ ਹੋਰ ਹੈ ਕਿ ਮੈਂ ਇਨਸਾਨ ਨੂੰ ਮੁਰਗਾ ਬਣਾ ਸਕਦਾ ਹਾਂ, ਇੱਕ ਮੇਰੇ ਕੋਲ ਜੜੀ ਬੂਟੀ ਹੈ। ਦੂਜਾ ਕਹਿੰਦਾ ਅੱਛਾ, ਜੇ ਤੂੰ ਮੁਰਗਾ ਬਣਾ ਸਕਦਾ ਹੈ ਤੇ ਮੇਰੇ ਕੋਲ ਇੱਕ ਤਾਕਤ ਇਹ ਹੈ ਕਿ ਮੈਂ ਉਸ ਮੁਰਗੇ ਨੂੰ ਦੁਬਾਰਾ ਇਨਸਾਨ ਬਣਾ ਸਕਦਾ। ਇੱਕ ਜੜੀ ਬੂਟੀ ਦਾ ਮੈਨੂੰ ਵੀ ਪਤਾ ਹੈ। ਹੁਣ ਇਹ ਬੰਦਾ ਉੱਤੇ ਬੈਠਾ ਵੇਂਦਾ ਰਿਹਾ ਕਿ ਕਿਹੜੀ ਜੜੀ ਬੂਟੀ ਪਹਿਲੇ ਨੇ ਵਰਤੀ ਹੈ, ਕਿਹੜੀ ਦੂਜੇ ਨੇ ਵਰਤੀ ਹੈ। ਜਦੋਂ ਉਹ ਵਾਪਸ ਆਪਣੀ ਕੁਟੀਆ ਚਲੇ ਗਏ ਤੇ ਇਹ ਜੜੀ ਬੂਟੀ ਲੈ ਕੇ ਹੁਣ ਰਾਤ ਦਾ ਇੰਤਜ਼ਾਰ ਕਰਨ ਲੱਗਾ ਕਿ ਮੈਂ ਉਸ ਰਾਜਕੁਮਾਰੀ ਤੋਂ ਬਦਲਾ ਲਵਾਂਗਾ ਜਿਸ ਨੇ ਮੈਨੂੰ ਔਖੀ ਘੜੀ ਦੇ ਵਿੱਚ ਫਸਾ ਦਿੱਤਾ ਸੀ। ਰਾਤ ਹੁੰਦਿਆਂ ਹੀ ਉਹ ਉੱਥੇ ਚਲਿਆ ਗਿਆ। ਜਾ ਕੇ ਉਸ ਰਾਜਕੁਮਾਰੀ ਨੂੰ ਉਸਨੇ ਪਹਿਲੀ ਜੜੀ ਬੂਟੀ ਸੰਘਾ ਦਿੱਤੀ ਤੇ ਉਹ ਇਨਸਾਨ ਤੋਂ ਮੁਰਗੀ ਬਣ ਗਈ। ਸਾਰੇ ਰਾਜ ਦੇ ਵਿੱਚ ਅਗਲੇ ਦਿਨ ਹਾਹਾਕਾਰ ਫਿਰ ਮਚ ਗਈ। ਰਾਜੇ ਨੇ ਐਲਾਨ ਕਰਵਾ ਦਿੱਤਾ ਕਿ ਜੋ ਮੇਰੀ ਧੀ ਨੂੰ ਦੁਬਾਰਾ ਇਨਸਾਨੀ ਰੂਪ ਦੇ ਵਿੱਚ ਲੈ ਆਵੇਗਾ, ਮੈਂ ਆਪਣੀ ਧੀ ਦਾ ਵਿਆਹ ਉਸ ਨਾਲ ਕਰ ਦੇਵਾਂਗਾ। ਹੁਣ ਇਸ ਨੂੰ ਇਸ ਚੀਜ਼ ਦਾ ਪਤਾ ਸੀ ਕਿ ਰਾਜੇ ਅਕਸਰ ਇਸੇ ਤਰ੍ਹਾਂ ਕਰਦੇ ਨੇ ਤੇ ਇਸ ਦਾ ਟੀਚਾ ਪਹਿਲੇ ਦਿਨ ਤੋਂ ਹੀ ਇਹ ਸੀ ਕਿ ਮੈਂ ਉਸ ਦੇ ਨਾਲ ਵਿਆਹ ਕਰਵਾਉਣਾ ਹੈ। ਅਗਲੇ ਦਿਨ ਸਾਧੂ ਦਾ ਵੇਸ਼ ਧਾਰ ਕੇ ਇਹ ਉੱਥੇ ਚਲਿਆ ਗਿਆ। ਬੜੇ ਬੜੇ ਮਹਾਨ ਲੋਕ ਆਏ, ਕਿਸੇ ਤੋਂ ਹੱਲ ਨਹੀਂ ਹੋਇਆ ਤੇ ਇਸ ਨੇ ਹੱਥ ਖੜਾ ਕੀਤਾ
ਪ੍ਰਜਾ ਦੇ ਵਿੱਚੋਂ ਕਿ ਮੈਂ ਇਸ ਮਸਲੇ ਦਾ ਹੱਲ ਕਰ ਸਕਦਾ ਹਾਂ, ਪਰ ਮੇਰੀ ਸ਼ਰਤ ਇਹ ਹੈ ਕਿ ਮੈਂ ਤੁਹਾਡੀ ਪੁੱਤਰੀ ਨਾਲ ਇਕੱਲਾ ਵਿਆਹ ਨਹੀਂ ਕਰਵਾਵਾਂਗਾ, ਰਾਜ ਭਾਗ ਵੀ ਮੈਨੂੰ ਅੱਧਾ ਹਿੱਸਾ ਚਾਹੀਦਾ ਹੈ। ਰਾਜੇ ਨੇ ਝਟ ਦੇਣਾ ਹਾਂ ਕਰ ਦਿੱਤੀ ਕਿ ਮੈਨੂੰ ਮਨਜ਼ੂਰ ਹੈ। ਪਰ ਅੱਗੋਂ ਇੱਕ ਸ਼ਰਤ ਰਾਜੇ ਨੇ ਵੀ ਰੱਖ ਦਿੱਤੀ ਕਿ ਜੇਕਰ ਤੈਨੂੰ ਅੱਧਾ ਰਾਜ ਭਾਗ ਚਾਹੀਦਾ ਹੈ ਤੇ ਜੇਕਰ ਤੇਰੇ ਤੋਂ ਇਸ ਮਸਲੇ ਦਾ ਹੱਲ ਨਾ ਹੋਇਆ ਤੇ ਤੈਨੂੰ ਮੈਂ ਤੇਰੀ ਸਾਰੀ ਜ਼ਿੰਦਗੀ ਲਈ ਕਾਲ ਕੋਠੜੀ ਵਿੱਚ ਸਿੱਟ ਦਿਆਂਗਾ। ਇਸ ਨੂੰ ਪੂਰਾ ਭਰੋਸਾ ਸੀ ਕਿ ਮੈਂ ਤੇ ਇਸ ਮਸਲੇ ਦਾ ਝੱਟ ਹੱਲ ਕਰ ਦੇਣਾ। ਇਹ ਕਹਿੰਦਾ ਮੈਨੂੰ ਵੀ ਮਨਜ਼ੂਰ ਹੈ। ਇਸ ਨੇ ਉਹਦੇ ਨਾਲ ਕੋਈ ਵੀ ਆਨਾਕਾਨੀ ਨਹੀਂ ਕੀਤੀ, ਮੰਨ ਗਿਆ। ਉਹ ਬੂਟੀ ਕੱਢੀ, ਜਾ ਕੇ ਉਸ ਮੁਰਗੀ ਨੂੰ ਸੰਘਾਉਂਦਾ ਹੈ ਤੇ ਉਹ ਇਨਸਾਨੀ ਰੂਪ ਦੇ ਵਿੱਚ ਵਾਪਸ ਨਹੀਂ ਆਉਂਦੀ, ਕਿਉਂਕਿ ਹਰੇਕ ਚੀਜ਼ ਉਸੇ ਤਰੀਕੇ ਨਾਲ ਨਹੀਂ ਹੁੰਦੀ ਜੋ ਇਨਸਾਨ ਸੋਚਦਾ ਹੈ। ਕਿਤੇ ਨਾ ਕਿਤੇ ਪਰਮਾਤਮਾ ਦੇਖ ਰਿਹਾ ਹੁੰਦਾ ਹੈ। ਸੱਚੀਆਂ ਨੀਤਾਂ ਨੂੰ ਪਰਮਾਤਮਾ ਭਾਗ ਲਾਉਂਦਾ ਹੈ, ਬੁਰੀਆਂ ਨੀਤਾਂ ਵਾਲਿਆਂ ਦੇ ਨਾਲ ਪਰਮਾਤਮਾ ਇਨਸਾਫ ਇਸੇ ਧਰਤੀ ਤੇ ਹੀ ਕਰ ਦਿੰਦਾ ਹੈ। ਉਸ ਨੂੰ ਫੜਿਆ ਗਿਆ, ਕਾਲ ਕੋਠੜੀ ਸੁੱਟ ਦਿੱਤਾ ਗਿਆ। ਇਹ ਖਬਰ ਉਹਨਾਂ ਤਿੰਨਾਂ ਸਾਧੂਆਂ ਤੱਕ ਪਹੁੰਚੀ। ਉਹ ਉੱਥੇ ਆਣ ਪਹੁੰਚੇ। ਉਹਨਾਂ ਨੇ ਕਿਹਾ ਕਿ ਅਸੀਂ ਵਿਆਹ ਨਹੀਂ ਕਰਨਾ, ਸਾਨੂੰ ਕੁਛ ਨਹੀਂ ਚਾਹੀਦਾ, ਸਾਡਾ ਕੁਛ ਸਮਾਨ ਗਵਾਚਿਆ ਹੋਇਆ, ਤੁਸੀਂ ਉਹ ਸਮਾਨ ਲਭਾਉਣ ਦੇ ਵਿੱਚ ਸਾਡੀ ਮਦਦ ਕਰ ਦਿਓ। ਰਾਜੇ ਨੇ ਕਿਹਾ ਠੀਕ ਹੈ। ਉਹਨਾਂ ਨੇ ਉਸ ਲੜਕੀ ਨੂੰ ਬੂਟੀ ਸੰਘਾਈ ਤੇ ਉਹ ਵਾਪਸ ਰਾਜਕੁਮਾਰੀ ਬਣ ਗਈ ਮੁਰਗੀ ਤੋਂ। ਤੇ ਨਾਲ ਦੀ ਨਾਲ ਰਾਜੇ ਨੇ ਕਿਹਾ ਕਿ ਮੈਂ ਕੱਲ ਇੱਕ ਬੰਦਾ ਫੜਿਆ ਹੈ, ਤੁਹਾਡਾ ਸਾਰਾ ਸਮਾਨ ਉਹਦੇ ਕੋਲੋਂ ਹੈ। ਸੋ ਉਹ ਸਾਧੂ ਖੁਸ਼ੀ ਵਾਪਸ ਆਪਣੇ ਘਰ ਵੱਲ ਨੂੰ ਪਰਤ ਗਏ। ਹੁਣ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਇੱਕ ਦੋ ਨਹੀਂ ਬਲਕਿ ਕਈ ਵੱਡੀਆਂ ਸਿੱਖਿਆਵਾਂ ਦਿੰਦਾ ਹੈ। ਸਭ ਤੋਂ ਵੱਡੀ ਸਿੱਖਿਆ ਤਾਂ ਇਹ ਕਿ ਏਕੇ ਵਿੱਚ ਬਲ ਹੈ। ਜੇ ਉਹਨਾਂ ਸਾਧੂਆਂ ਵਾਂਗੂ ਇੱਕ ਦੂਜੇ ਤੋਂ ਈਰਖਾ ਰੱਖਾਂਗੇ, ਇਕੱਠੇ ਰਹਿੰਦਿਆਂ ਵੀ ਆਪਣੇ ਦਿਲ ਨਹੀਂ ਇੱਕ ਦੂਜੇ ਨਾਲ ਰਲਾਵਾਂਗੇ, ਤੇ ਉਸ ਸ਼ੈਤਾਨ ਨੌਜਵਾਨ ਵਰਗਾ ਸਾਡਾ ਕੋਈ ਫਾਇਦਾ ਲੈ ਜਾਵੇਗਾ, ਸਾਡਾ ਲਾਹਾ ਖੱਟ ਲਵੇਗਾ। ਤੇ ਦੂਜੀ ਗੱਲ ਇਹ ਕਿ ਹਰ ਵਾਰੀ ਇਨਸਾਨੀ ਚਤੁਰਾਈ ਨਹੀਂ ਚੱਲਦੀ। ਜਿਵੇਂ ਉਸ ਨੌਜਵਾਨ ਨੇ ਸੋਚਿਆ ਸੀ ਕਿ ਮੈਂ ਉਸ ਲੜਕੀ ਨੂੰ ਮੁਰਗੀ ਤੋਂ ਦੁਬਾਰਾ ਲੜਕੀ ਬਣਾ ਕੇ ਉਹਦੇ ਨਾਲ ਸ਼ਾਦੀ ਕਰ ਲਵਾਂਗਾ, ਵਿਆਹ ਰਚਾ ਲਵਾਂਗਾ, ਪਰ ਉੱਥੇ ਉਹਦੀ ਨਹੀਂ ਚੱਲੀ। ਉੱਥੇ ਉਹਦੇ ਜਾਦੂ ਟੂਣੇ ਮੰਤਰ ਫੇਲ ਹੋ ਗਏ। ਉਸੇ ਤਰੀਕੇ ਨਾਲ ਹਰ ਵਾਰ ਬਹੁਤੇ ਆਪਣੇ ਆਪ ਨੂੰ ਚਤਰ ਕਹਾਉਣ ਵਾਲਿਆਂ ਦੀ ਨਹੀਂ ਚੱਲਦੀ। ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਵਾਲੇ ਹੀ ਅੰਤ ਦੇ ਵਿੱਚ ਰਾਜੀ ਰਹਿੰਦੇ ਨੇ, ਖੁਸ਼ ਰਹਿੰਦੇ ਨੇ।